ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਸਾਰਿਆਂ ਦਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਕ ਬੜਾ ਹੀ ਇੰਪੋਰਟੈਂਟ ਐਸਪੈਕਟ ਡਿਸਕਸ ਕਰਾਂਗੇ, ਰੀਅਪਲਾਈ। ਰੀਸੈਂਟਲੀ ਰਿਫਿਊਜ਼ ਜਿਹੜੇ ਸਟੂਡੈਂਟਸ ਨੇ ਉਹ ਜ਼ਰੂਰ ਦੇਖਣ। ਰੀਅਪਲਾਈ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ। ਰੀਅਪਲਾਈ ਕਰਨ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ, ਕਿਉਂਕਿ ਇੱਕ ਵਾਰ ਰਿਫਿਊਜ਼ਲ ਤੋਂ ਬਾਅਦ ਕਿਤੇ ਨਾ ਕਿਤੇ 5-6 ਮਹੀਨੇ ਦਾ ਫਰਕ ਪੈ ਜਾਂਦਾ। ਸਟੂਡੈਂਟਸ ਬਹੁਤ ਅੱਗੇ ਚਲੇ ਜਾਂਦੀਆਂ ਗੱਲਾਂ। ਸੋ ਬਹੁਤ ਧਿਆਨ ਨਾਲ ਦੇਖਿਓ ਅੱਜ ਦੇ ਸਾਡੇ ਇਸ ਸ਼ੋਅ ਨੂੰ। ਬੜੇ ਕਈ ਇੰਪੋਰਟੈਂਟ ਇਹੋ ਜਿਹੇ ਪੁਆਇੰਟ ਡਿਸਕਸ ਕਰਾਂਗੇ ਜਿਹੜੇ ਯੂਜੂਅਲੀ YouTube ਦੇ ਪਲੇਟਫਾਰਮਸ ਤੇ ਡਿਸਕਸ ਨਹੀਂ ਹੁੰਦੇ। ਅੱਜ ਦੇ ਸਾਡੇ ਗੈਸਟ ਵੀ ਬੜੇ ਇੰਪੋਰਟੈਂਟ ਨੇ। ਸਕਾਈਟੈਕ ਇਮੀਗ੍ਰੇਸ਼ਨ ਤੋਂ ਪਵਨਦੀਪ ਸਿੰਘ ਸੰਧੂ ਸਾਹਿਬ ਦੀਆਂ ਦੋ ਚਾਰ ਗੱਲਾਂ ਬਹੁਤ ਇੰਪੋਰਟੈਂਟ ਨੇ, ਜਿਹਦੇ ਕਰਕੇ ਸਟੂਡੈਂਟਸ ਨਾਲ ਰਿਲੇਟ ਕਰ ਪਾਉਂਦੇ ਨੇ। ਖੁਦ ਇੱਕ ਇਮੀਗ੍ਰੇਸ਼ਨ ਦੇ ਪ੍ਰੋਸੈਸ ਚੋਂ ਲੰਘੇ ਹੋਏ ਸਟੂਡੈਂਟ ਨੇ, ਤੁਹਾਡੇ ਵਾਂਗੂ ਹੀ ਖੁਦ ਕੈਨੇਡਾ ਗਏ ਨੇ, ਤੇ ਕੈਨੇਡਾ ਤੇ ਪੰਜਾਬ ਦੋਵੇਂ ਜਗ੍ਹਾ ਆਫਿਸਿਸ ਹੋਣ ਕਰਕੇ ਅੱਜ ਵੀ ਪੰਜਾਬ ਦੇ ਸਟੂਡੈਂਟਸ ਨਾਲ ਜੁੜੇ ਹੋਏ ਨੇ। ਰੈਗੂਲਰਲੀ ਪੰਜਾਬ ਦੇ ਆਫਿਸਿਸ ਦੇ ਵਿੱਚ ਵੀ ਬਹਿੰਦੇ ਨੇ, ਕੈਨੇਡਾ ਦੇ ਆਫਿਸਿਸ ਦੇ ਵਿੱਚ ਵੀ ਬਹਿੰਦੇ ਨੇ, ਤੇ ਕੈਨੇਡਾ ਦੇ ਪੂਰੇ ਸਟਰਕਚਰ ਨੂੰ, ਇਮੀਗ੍ਰੇਸ਼ਨ ਦੇ ਸਟਰਕਚਰ ਨੂੰ ਬਹੁਤ ਬਰੀਕੀ ਨਾਲ ਸਮਝਦੇ ਨੇ। ਤੇ ਸਕਾਈਟੈਕ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ ਉਹ ਇੱਕ CICC ਮੈਂਬਰ ਵਾਲੀ ਸੰਸਥਾ ਆ, ਜਿਹਦੇ ਵਿੱਚ ਰੈਗੂਲੇਟਿਡ ਕੰਸਲਟੈਂਟ ਜਿਹੜੇ ਹੈਗੇ ਨੇ, ਮੈਨੇਜਿੰਗ ਡਾਇਰੈਕਟਰ ਅਜਿੰਦਰਵੀਰ ਕੌਰ ਗਿੱਲ ਜੀ, ਉਹਨਾਂ ਦੇ ਨਿਗਰਾਨੀ ਦੇ ਵਿੱਚ ਹੋ ਕੇ ਹਰ ਫਾਈਲ ਲੰਘਦੀ ਹੈ। ਸਵਾਗਤ ਹੈ ਜੀ ਸੰਧੂ ਸਾਹਿਬ, ਬਹੁਤ ਬਹੁਤ ਤੁਹਾਡਾ। ਹਾਂ ਦੀਪਕ ਜੀ, ਸਤਿ ਸ਼੍ਰੀ ਅਕਾਲ। ਔਰ ਇਹਦੇ ਨਾਲ ਹੀ ਜਿਹੜੇ ਆਪਣੇ ਸਟੂਡੈਂਟਸ ਨੇ, ਉਹਨਾਂ ਦੇ ਰਿਸਪੈਕਟਡ ਪੇਰੈਂਟਸ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਔਰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਤੁਹਾਨੂੰ ਅਪ ਟੂ ਡੇਟ ਇਨਫੋਰਮੇਸ਼ਨ ਦਈਏ। ਔਰ ਜਿਵੇਂ ਕਿ ਤੁਸੀਂ ਅੱਜ ਇੱਕ ਬਹੁਤ ਵਧੀਆ ਜਿਹੜਾ ਵਿਸ਼ਾ ਜਿਹੜਾ ਸ਼ੁਰੂ ਕੀਤਾ ਕਿ ਜਿਹੜੇ ਸਟੂਡੈਂਟਸ ਨੂੰ ਰਿਫਿਊਜ਼ਲ ਆ ਗਈ ਹੈ ਰੀਸੈਂਟਲੀ, ਉਹ ਹੁਣ ਅੱਗੇ ਕੀ ਕਰਨ, ਜਾਂ ਇਹੋ ਜਿਹੇ ਕਿਹੜੇ ਸਟੈਪਸ ਲੈਣ ਤਾਂ ਕਿ ਉਹਨਾਂ ਦਾ ਕੈਨੇਡਾ ਆਉਣ ਦਾ ਜਿਹੜਾ ਸੁਪਨਾ ਪੂਰਾ ਹੋ ਸਕੇ। ਹੁਣ ਦੀਪਕ ਜੀ, ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਜਦੋਂ ਰਿਫਿਊਜ਼ਲ ਹੁੰਦੀ ਹੈ, ਰਿਫਿਊਜ਼ਲ ਤੋਂ ਬਾਅਦ ਆਪਾਂ ਵੀਜ਼ਾ ਕਿਵੇਂ ਲੈ ਸਕਦੇ ਹਾਂ, ਠੀਕ ਹੈ। ਸਭ ਤੋਂ ਜਿਹੜਾ ਜ਼ਰੂਰੀ ਚੀਜ਼ ਹੈ, ਠੀਕ ਹੈ, ਤੁਹਾਨੂੰ ਜਿਹੜਾ ਤੁਹਾਡਾ ਕੰਸਲਟੈਂਟ ਹੈਗਾ ਉਹ ਵਾਈਜ਼ਲੀ ਚੂਜ਼ ਕਰਨਾ ਚਾਹੀਦਾ। ਔਰ ਮੇਰੀ ਤੁਹਾਨੂੰ ਇਹੀ ਰਿਕੁਐਸਟ ਹੀ ਕਰ ਸਕਦਾ ਕਿ ਤੁਸੀਂ ਆਲਵੇਜ਼ ਜਿਹੜਾ CICC ਮੈਂਬਰ ਹੈ, ਜਾਂ RCIC ਕੰਸਲਟੈਂਟ ਹੈ, ਜਾਂ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹੈ, ਉਹਨੂੰ ਹੀ ਚੂਜ਼ ਕਰੋ। ਹੁਣ ਇਹਦਾ ਇੱਕ ਮੈਂ ਛੋਟਾ ਜਿਹਾ ਰੀਜ਼ਨ ਦਿੰਦਾ, ਕਿਉਂਕਿ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਥੋੜੇ ਟਾਈਮ ਦੇ ਵਿੱਚ ਆਪਾਂ ਵੱਧ ਤੋਂ ਵੱਧ ਚੀਜ਼ਾਂ ਤੁਹਾਨੂੰ ਦੱਸ ਸਕੀਏ। ਹੁਣ ਜਦੋਂ ਤੁਹਾਡੀ ਫਾਈਲ ਲੱਗਦੀ ਹੈ ਸਟੱਡੀ ਵੀਜ਼ਾ ਦੀ, ਹੁਣ ਜੇ ਤਾਂ ਤੁਹਾਡਾ ਕੰਸਲਟੈਂਟ ਰੈਗੂਲੇਟਡ ਹੈ, ਠੀਕ ਹੈ, ਉਹਨਾਂ ਦੀ ਇੱਕ ਰਿਪਰੈਜ਼ੈਂਟੇਟਿਵ ਲੈਟਰ ਲੱਗਦੀ ਹੈ, ਠੀਕ ਹੈ। ਜਦੋਂ ਡਾਕੂਮੈਂਟਸ ਆਪਾਂ ਸਬਮਿਟ ਕਰਦੇ ਹਾਂ, ਸਭ ਤੋਂ ਪਹਿਲੀ ਚੀਜ਼ ਜਿਹੜੀ ਓਪਨ ਹੁੰਦੀ ਹੈ ਉਹ ਇੱਕ ਰਿਪਰੈਜ਼ੈਂਟੇਟਿਵ ਦੀ ਜਿਹੜੀ ਲੈਟਰ ਹੁੰਦੀ ਹੈ, ਜਿਹਦੇ ਵਿੱਚ ਤੁਹਾਨੂੰ ਰਿਪਰੈਜ਼ੈਂਟ ਕੀਤਾ ਜਾਂਦਾ। ਤੁਹਾਡੀ ਸਾਰੀ ਜਿਹੜਾ ਬਾਇਓਡਾਟਾ ਇੱਕ ਇੰਡੈਕਸ ਦੇ ਰੂਪ ਦੇ ਵਿੱਚ ਉਹਦੇ ਵਿੱਚ ਦੱਸਿਆ ਜਾਂਦਾ। ਹੁਣ ਜੇ ਲੈਟਸ ਸੇ ਕਿ ਜਿਹੜੇ ਕਈ ਕੈਂਡੀਡੇਟਸ ਜਿਹੜੇ ਰੀਸੈਂਟਲੀ +2 ਪਾਸਡ ਆਊਟ ਨੇ, ਜਾਂ ਕੋਈ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਜਾਂ ਕਿਸੇ ਨੇ ਮਾਸਟਰਸ ਕੀਤੀ ਹੋਈ ਹੈ, ਜਾਂ ਕਈਆਂ ਦਾ ਆਫਟਰ ਗ੍ਰੈਜੂਏਸ਼ਨ ਐਕਸਪੀਰੀਅੰਸ ਹੈ, ਐਕਸਪੀਰੀਅੰਸ ਤੋਂ ਬਾਅਦ ਉਹ ਆਪਣੀ ਫਾਈਲ ਲਾ ਰਹੇ ਨੇ, ਜਾਂ ਕਿਸੇ ਨੇ ਮਾਸਟਰਸ ਕੀਤੀ ਹੋਈ ਹੈ, ਉਸ ਤੋਂ ਬਾਅਦ ਉਹਨਾਂ ਦਾ ਇੱਕ ਵਰਕ ਐਕਸਪੀਰੀਅੰਸ ਹੈ, ਉਸ ਤੋਂ ਬਾਅਦ ਆਪਣਾ ਕੋਈ ਕੋਰਸ ਚੂਜ਼ ਕਰਕੇ ਆਪਣੀ ਫਾਈਲ ਲਾ ਰਹੇ ਨੇ। ਇੱਕ ਮੌਕਾ ਮਿਲ ਜਾਂਦਾ ਸਾਨੂੰ ਕੈਨੇਡਾ ਇਮੀਗ੍ਰੇਸ਼ਨ ਦੇ ਸਾਹਮਣੇ ਤੁਹਾਡੀ ਫਾਈਲ ਰਿਪਰੈਜ਼ੈਂਟ ਕਰਨ ਦਾ, ਕਿ ਜਿਹੜੀ ਪਹਿਲੀ ਚੀਜ਼ ਵੀਜ਼ਾ ਅਫਸਰ ਨੇ ਖੋਲ੍ਹਣੀ ਹੈ, ਇੱਕ ਰੈਗੂਲੇਟਡ ਕੰਸਲਟੈਂਟ ਦੀ ਜਿਹੜੀ ਸਬਮਿਸ਼ਨ ਲੈਟਰ ਹੈ ਉਹਨੂੰ ਓਪਨ ਕਰਦੇ ਹੋ, ਠੀਕ ਹੈ, ਜਿਹਦੇ ਵਿੱਚ ਇੱਕ ਇੰਡੈਕਸ ਬਣਾ ਕੇ ਤੁਹਾਡੀ ਜਿਹੜੀ ਪੂਰੀ ਸਮਰੀ ਹੈ ਫਾਈਲ ਦੀ, ਉਹਨੂੰ ਜਸਟੀਫਾਈ ਕੀਤਾ ਜਾਂਦਾ ਹੈ। ਤੁਸੀਂ ਕਦੋਂ ਤੁਸੀਂ ਆਪਣੀ +2 ਕੀਤੀ, ਤੁਸੀਂ ਗ੍ਰੈਜੂਏਸ਼ਨ ਕੀਤੀ, ਤੁਸੀਂ ਮਾਸਟਰਸ ਕੀਤੀ, ਜਾਂ ਉਸ ਤੋਂ ਬਾਅਦ ਤੁਸੀਂ ਵਰਕ ਐਕਸਪੀਰੀਅੰਸ ਲਿਆ ਤੁਸੀਂ, ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਕੋਰਸ ਕਰਨ ਜਾ ਰਹੇ ਹੋ ਉਹਦੇ ਕੀ ਫਾਇਦੇ ਨੇ। ਦੇਖੋ, ਇੱਕ ਰਿਪਰੈਜ਼ੈਂਟੇਟਿਵ ਦੀ ਲੈਟਰ ਲੱਗਣ ਦਾ ਇੱਕ ਫਾਇਦਾ ਤੁਹਾਨੂੰ ਇਹ ਹੋ ਜਾਂਦਾ ਕਿ ਇੱਕ ਤੁਹਾਡਾ ਜਿਹੜੀ ਫਾਈਲ ਦੇ ਵਿੱਚ ਜਿਹੜੀ ਕਲੈਰਿਟੀ ਹੈ, ਜੋ ਆਪਾਂ ਚੀਜ਼ਾਂ ਨੂੰ ਵਿਖਾਉਣਾ ਚਾਹੁੰਦੇ ਹਾਂ ਵੀਜ਼ਾ ਅਫਸਰ ਨੂੰ, ਉਹ ਥੋੜਾ ਸੌਖੇ ਤਰੀਕੇ ਨਾਲ ਆਪਾਂ ਦਿਖਾ ਸਕਦੇ ਹਾਂ, ਠੀਕ ਹੈ। ਔਰ ਜੀ ਬਹੁਤ ਇੱਕ ਇੰਡੈਕਸ ਦੇ ਰੂਪ ਦੇ ਵਿੱਚ ਜਦੋਂ ਆਪਾਂ ਸਮਝਾਉਣੇ ਆ, ਵੀਜ਼ਾ ਆਫਿਸਰ ਦਾ ਇੱਕ ਮਾਈਂਡ ਸੈਟ ਆਈ ਹੋਪ ਕ੍ਰੀਏਟ ਹੋ ਜਾਂਦਾ ਜਦੋਂ ਸਾਹਮਣੇ ਇੱਕ ਲੈਟਰ ਦੇਖਦਾ ਹੈ, ਉਹਦੇ ਚ ਕਿਸ ਤਰੀਕੇ ਨਾਲ ਆਪਾਂ ਚਾਹੁੰਦੇ ਹਾਂ ਕਿ ਵੀਜ਼ਾ ਆਫਿਸਰ ਫਾਈਲ ਨੂੰ ਦੇਖੇ। 100% ਤਾਂ ਨਹੀਂ, ਬਟ ਬਹੁਤ ਹੱਦ ਤੱਕ ਫਰਕ ਜ਼ਰੂਰ ਇਹਦਾ ਪੈਂਦਾ ਹੋਏਗਾ। ਤਾਂ ਸੰਧੂ ਸਾਹਿਬ, ਰਿਫਿਊਜ਼ਲ ਦੇ ਰੀਜ਼ਨਸ ਉਹ ਕਿਵੇਂ ਸਮਝਣ ਸਟੂਡੈਂਟਸ? ਦੇਖੋ ਸਰ, ਦੂਸਰੀ ਜਿਹੜੀ ਚੀਜ਼ ਹੈ, ਇੱਕ ਤਾਂ ਹੋ ਗਿਆ ਤੁਹਾਡਾ ਜਿਹੜਾ ਕੰਸਲਟੈਂਟ ਹੈ, ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਤੁਹਾਨੂੰ ਲੀਗਲੀ ਰਿਪਰੈਜ਼ੈਂਟ ਵੀ ਕਰ ਸਕਦਾ ਜਾਂ ਨਹੀਂ ਕਰ ਸਕਦਾ। ਜੇ ਉਹ ਰੈਗੂਲੇਟਡ ਕੰਸਲਟੈਂਟ ਹੋਊਗਾ ਤਾਂ ਤੁਹਾਨੂੰ ਲੀਗਲੀ ਰਿਪਰੈਜ਼ੈਂਟ ਕਰ ਸਕਦਾ, ਤੇ ਆਪਣੀ ਰਿਪਰੈਜ਼ੈਂਟੇਟਿਵ ਲੈਟਰ ਲਾ ਸਕਦਾ। ਹੁਣ ਦੂਸਰਾ ਇੱਕ ਜਿਹੜਾ ਸਭ ਤੋਂ ਵੱਡਾ ਰੀਜ਼ਨ ਹੁੰਦਾ ਕਿ ਤੁਹਾਡਾ ਜਿਹੜਾ ਕੋਰਸ ਹੈ ਉਹ ਮਿਸਮੈਚ ਹੋਣਾ। ਹੁਣ ਕੋਰਸ ਮਿਸਮੈਚ ਕਿਉਂ ਹੁੰਦਾ? ਹੁਣ ਉਹਦਾ ਸਭ ਤੋਂ ਵੱਡਾ ਰੀਜ਼ਨ ਕੀ ਹੈ ਦੀਪਕ ਜੀ, ਕਿ ਜਿਹੜਾ ਤੁਹਾਡਾ ਕੰਸਲਟੈਂਟ ਹੈ ਉਹਦੇ ਕੋਲ ਇਨਫ ਟਾਈ ਅਪਸ ਨਾ ਹੋਣੇ।
ਜਿਹੜੇ ਕਾਲਜਿਸ ਦੇ ਨਾਲ, ਕਿਉਂਕਿ ਮੈਂ ਇੱਥੇ ਹੁਣ ਕੈਨੇਡਾ ਦੇ ਵਿੱਚ ਬੈਠਾ, ਜੇ ਮੰਨ ਲਓ ਕਈ ਵਾਰ ਮੈਂ ਕੋਈ ਨਵੇਂ ਕਾਲਜ ਨੂੰ ਵੀ ਜਦੋਂ ਮੈਂ ਅਪਰੋਚ ਕਰਦਾ ਕਿ ਅਸੀਂ ਤੁਹਾਡੇ ਕਾਲਜ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਭੇਜਣਾ ਚਾਹੁੰਦੇ ਹਾਂ, ਠੀਕ ਹੈ, ਤਾਂ ਸਭ ਤੋਂ ਪਹਿਲਾਂ ਸਾਡੀ ਪ੍ਰੋਫਾਈਲ ਚੈੱਕ ਕਰਦੇ ਆ, ਠੀਕ ਹੈ। ਹੁਣ ਰੈਗੂਲੇਟਡ ਕੰਸਲਟੈਂਟ ਹੋਣ ਕਰਕੇ ਉਹ ਸਾਡੀ ਗੱਲ ਸੁਣਦੇ ਵੀ ਨੇ ਤੇ ਸਾਨੂੰ ਮੌਕਾ ਵੀ ਦਿੰਦੇ ਨੇ ਕਿ ਅਸੀਂ ਉਹਨਾਂ ਨਾਲ ਟਾਈ ਅਪ ਕਰ ਸਕੀਏ। ਔਰ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਮਿਸਮੈਚ ਹੋਣ ਦਾ, ਠੀਕ ਹੈ, ਅਸੀਂ ਦੇਖਦੇ ਹਾਂ ਕਿ ਜਦੋਂ ਰਿਫਿਊਜ਼ਲਸ ਹੁੰਦੀਆਂ ਨੇ ਉਦੋਂ ਹੀ ਜਿਹੜੇ ਕਲਾਇੰਟਸ ਨੇ ਕਿਸੇ ਰੈਗੂਲੇਟਡ ਕੰਸਲਟੈਂਟ ਵੱਲ ਆਪਣਾ ਰੁਖ ਕਰਦੇ ਆ, ਉਹਨਾਂ ਨੂੰ ਲੱਭਦੇ ਨੇ ਕਿ ਹੁਣ ਆਪਾਂ ਕਿਸੇ ਕੈਨੇਡੀਅਨ ਬੇਸ ਜਾਂ ਰੈਗੂਲੇਟਡ ਕੰਸਲਟੈਂਟ ਨੂੰ ਅਸੀਂ ਅਪਰੋਚ ਕਰੀਏ। ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੇਮ ਹੀ ਕੋਰਸ ਜਿਹੜੇ ਮੰਨ ਲਓ ਅੰਡਰ ਗ੍ਰੈਜੂਏਟ ਲੈਵਲ ਦੇ ਸਟੂਡੈਂਟ ਨੂੰ ਵੀ ਉਹੀ ਦੇ ਦਿੱਤੇ ਜਾਂਦੇ ਨੇ, ਮਾਸਟਰਸ ਲੈਵਲ ਨੂੰ ਵੀ ਉਹੀ ਦੇ ਦਿੱਤੇ ਜਾਂਦੇ ਨੇ, ਜਾਂ ਗ੍ਰੈਜੂਏਟ ਬੱਚੇ ਨੂੰ ਵੀ ਉਹੀ ਦਿੱਤੇ ਜਾਂਦੇ ਨੇ, ਕਿਉਂਕਿ ਤੁਹਾਡਾ ਕੰਸਲਟੈਂਟ ਜੇ ਉਹਦੀ ਇੰਨੀ ਅਪਰੋਚ ਨਹੀਂ ਹੈਗੀ ਕਿਸੇ ਇੰਸਟੀਟਿਊਟਸ ਨਾਲ ਡਾਇਰੈਕਟ ਟਾਈ ਅਪਸ ਕਰਨ ਦੀ, ਔਰ ਉਹਦੇ ਕੋਲ ਜਿਹੜੇ ਤੁਹਾਨੂੰ ਆਫਰ ਕਰਨ ਵਾਸਤੇ ਜਿਹੜੇ ਕੋਰਸਿਸ ਹੋਣਗੇ ਉਹ ਵੀ ਬੜੇ ਲਿਮਿਟਡ ਹੁੰਦੇ ਨੇ, ਜਿਹਦੇ ਕਰਕੇ ਤੁਹਾਡਾ ਇੱਕ ਰਿਫਿਊਜ਼ਲ ਆ ਜਾਂਦਾ ਹੈ, ਠੀਕ ਹੈ। ਜਾਂ ਫਿਰ ਰੀਜ਼ਨ ਦੇ ਦਿੱਤਾ ਜਾਂਦਾ ਹੈ ਕਿ ਜੇ ਕਿਸੇ ਨੇ ਪੀਟੀ ਕੀਤੀ ਹੋਈ ਹੈ, ਰੀਜ਼ਨ ਰਿਫਿਊਜ਼ਲ ਤਾਂ ਹੀ ਹੁੰਦੀ ਕਿ ਕੋਰਸ ਹੀ ਨਹੀਂ ਲੈ ਕੇ ਦਿੱਤਾ ਹੁੰਦਾ, ਪਰ ਉਹਨੂੰ ਕਹਿ ਦਿੱਤਾ ਜਾਂਦਾ ਕਿ ਤੂੰ ਪੀਟੀ ਲਈ ਸੀ, ਪੀਟੀ ਕੀਤੀ ਹੋਈ ਸੀ, ਤਾਂ ਤੇਰੀ ਰਿਫਿਊਜ਼ਲ ਆ ਗਈ, ਠੀਕ ਹੈ। ਜਾਂ ਕੋਈ ਹੋਰ ਰੀਜ਼ਨ ਦੇ ਦਿੱਤਾ ਜਾਂਦਾ ਹੈ, ਜਾਂ ਕਈ ਵਾਰ ਕੋਈ ਇਹੋ ਜਿਹੇ ਡਾਕੂਮੈਂਟ ਲਾ ਦਿੱਤੇ ਜਾਂਦੇ ਨੇ ਜਿਹਦੀ ਲੋਨ ਦੀ ਕੋਈ ਜ਼ਰੂਰਤ ਹੀ ਨਹੀਂ ਹੁੰਦੀ, ਜਿਵੇਂ ਐਸਟੀਐਸ ਫਾਈਲਸ ਦੇ ਵਿੱਚ ਤੁਹਾਡੇ ਫਾਈਨੈਂਸ਼ੀਅਲ ਤੁਹਾਡੀ ਲੋਨ ਦੀ ਜ਼ਰੂਰਤ ਨਹੀਂ ਹੁੰਦੀ, ਪਰ ਸਹੀ ਢੰਗ ਨਾਲ ਐਸਡੀਐਸ ਦੇ ਵਿੱਚ ਮੈਂ ਬਹੁਤ ਵਾਰੀ ਦੇਖਿਆ, ਤੁਸੀਂ ਵੀ ਕਈ ਵਾਰ ਮੈਨੂੰ ਦੱਸਿਆ ਕਿ ਫਾਈਨੈਂਸ਼ੀਅਲ ਲਗਾਏ ਜਾਂਦੇ ਨੇ, ਇਹ ਕਾਮਨ ਪ੍ਰੈਕਟਿਸ ਹੈ, ਨਹੀਂ ਲਗਾਉਣੇ ਚਾਹੀਦੇ। ਸਰ ਦੇਖੋ, ਜੇ ਤੁਹਾਡੇ ਅਕੈਡਮਿਕਸ ਵਧੀਆ ਨੇ, ਆਇਲਸ ਵਿੱਚ ਸਕੋਰ ਵਧੀਆ ਹੈ, ਔਰ ਤੁਹਾਡਾ ਕੰਸਲਟੈਂਟ ਇਹੋ ਜਿਹਾ ਜਿਹਦੇ ਕੋਲ ਤੁਹਾਨੂੰ ਕੋਰਸਿਸ ਆਫਰ ਕਰਨ ਦੀ ਆਪਸ਼ਨਸ ਬਹੁਤ ਵਧੀਆ ਹੈ, ਜੇ ਸਭ ਕੁਝ ਵਧੀਆ ਤਾਂ ਤੁਹਾਨੂੰ ਇੱਕ ਪ੍ਰਿਵਿਲੇਜ ਦਿੱਤੀ ਗਈ ਐਸਟੀਐਸ ਦੇ ਵਿੱਚ ਕਿ ਤੁਹਾਨੂੰ ਜਿਹੜੇ ਫੰਡਸ ਨੇ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਪਰ ਫਿਰ ਵੀ ਅਸੀਂ ਦੇਖਿਆ ਕਿ ਕਈ ਜਿਹੜੇ ਮਤਲਬ ਆਪਣੇ ਏਜੰਟ ਵੀਰ ਨੇ ਕੁਝ ਪੈਸੇ ਕਮਾਉਣ ਦੇ ਚੱਕਰ 'ਚ ਤੁਹਾਡੇ ਫੰਡ ਆਪਾਂ ਸ਼ੋਅ ਕਰ ਦਿੰਦੇ ਆ, ਕੋਈ 40-50 ਹਜ਼ਾਰ ਰੁਪਏ ਕਮਾਉਣ ਦੇ ਚੱਕਰ 'ਚ ਸਾਡੇ ਫੰਡ ਸ਼ੋਅ ਕਰ ਦਿੰਦੇ ਨੇ, ਪਰ ਉੱਥੇ ਹੀ ਪ੍ਰੋਬਲਮ ਹੁੰਦੀ ਹੈ। ਪ੍ਰੋਬਲਮ ਕੀ ਹੁੰਦੀ ਹੈ ਕਿ ਜੇ ਤੁਸੀਂ ਫੰਡ ਸਹੀ ਤਰੀਕੇ ਨਾਲ ਸ਼ੋਅ ਨਹੀਂ ਕੀਤੇ, ਉਹ ਚੀਜ਼ ਤੁਹਾਡੇ ਲਈ ਪੋਜ਼ਿਟਿਵ ਹੋਣ ਦੀ ਜਗ੍ਹਾ ਉਹ ਨੈਗੇਟਿਵ ਹੋ ਜਾਂਦੀ ਹੈ, ਠੀਕ ਹੈ। ਔਰ ਇਹ ਇੱਕ ਬੜਾ ਵੱਡਾ ਰੀਜ਼ਨ ਹੈ ਕਿ ਕਈ ਡਾਕੂਮੈਂਟ ਇਹੋ ਜਿਹੇ ਲਾਏ ਜਾਂਦੇ ਨੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ, ਠੀਕ ਹੈ। ਔਰ ਅਸੀਂ ਇਹ ਦੇਖਿਆ ਕਿ ਸਿਰਫ ਪੈਸੇ ਕਮਾਉਣ ਦੇ ਚੱਕਰ 'ਚ ਕਈ ਵਾਰ ਕੋਈ ਐਕਸਟਰਾ ਡਾਕੂਮੈਂਟਸ ਕੋਈ ਸੰਧੂ ਸਾਹਿਬ ਜੇ ਠੀਕ ਤਰ੍ਹਾਂ ਨਾ ਲਗਾਏ ਜਾਣ ਫੰਡਸ, ਉਹਨਾਂ 'ਚ ਕੋਈ ਵੀ ਡਿਸਕ੍ਰਿਪੈਂਸੀ ਰਹਿ ਜੇ, ਉਹਦੇ ਕਰਕੇ ਵੀ ਰਿਫਿਊਜ਼ਲ ਆਉਂਦੀ ਹੈ। ਡੈਫੀਨਿਟਲੀ ਸਰ, ਕਿਉਂਕਿ ਜਦੋਂ ਆਪਾਂ ਕੋਈ ਡਾਕੂਮੈਂਟ ਪ੍ਰੂਫ ਕੋਈ ਐਮਬੈਸੀ ਨੂੰ ਪ੍ਰੂਫ ਕਰਦੇ ਹਾਂ, ਤਾਂ ਫਿਰ ਉਹਦਾ ਕੀ ਸਟੈਂਡਰਡ ਹੈ ਉਸ ਡਾਕੂਮੈਂਟ ਦਾ, ਉਹਨੂੰ ਫਿਰ ਉਹ ਚੈੱਕ ਕਰਦੇ ਆ, ਠੀਕ ਹੈ। ਜੇ ਚਾਹੇ ਬਾਕੀ ਸਾਰੀਆਂ ਚੀਜ਼ਾਂ ਠੀਕ ਹੋਣ ਫਿਰ ਵੀ ਡੈਫੀਨਿਟਲੀ ਹੁਣ ਦੇਖੋ, ਜੇ ਇੱਕ ਬੱਚਾ ਐਸਟੀਐਸ ਹੈ ਫਾਈਲ ਉਹਦੀ, ਹੈ ਨਾ, ਪਰ ਜੇ ਉਹਦੇ ਕੋਲ ਫੰਡਸ ਨਹੀਂ ਹੈਗੇ ਸਹੀ ਤਰੀਕੇ ਨਾਲ, ਜਾਂ ਮੰਨ ਲਓ 10-12 ਲੱਖ ਰੁਪਈਆ ਸਿੱਧਾ ਅਕਾਊਂਟ ਦੇ ਵਿੱਚ ਪਵਾ ਕੇ ਉਹਨਾਂ ਨੇ ਆਪਣਾ ਸਿੰਪਲ ਆਪਣਾ ਬੈਲੈਂਸ ਸਰਟੀਫਿਕੇਟ ਲਾਤਾ, ਜਾਂ ਆਪਣੀ ਕੋਈ ਸਟੇਟਮੈਂਟ ਲਾਤੀ ਜਿਹਦੇ ਵਿੱਚ ਸ਼ੋਅ ਹੋ ਰਿਹਾ ਕਿ 10 ਲੱਖ ਰੁਪਈਆ ਸਿੱਧਾ ਪਿਆ ਅਕਾਊਂਟ ਦੇ ਵਿੱਚ, ਠੀਕ ਹੈ। ਹਾਲਾਂਕਿ ਉਂਝ ਉਹਨਾਂ ਨੂੰ ਲੋਨ ਦੀ ਜ਼ਰੂਰਤ ਨਹੀਂ ਸੀਗੀ ਫੰਡਸ, ਪਰ ਕੰਸਲਟੈਂਟ ਦੇ ਆਖਿਆ ਉਹਨਾਂ ਨੇ ਲਾਤੇ, ਤੇ ਉਹ ਚੀਜ਼ ਨੈਗੇਟਿਵ ਹੋ ਜਾਂਦੀ ਹੈ ਕਿ ਯਾਰ ਇਹ ਪੈਸਾ ਇੱਕਦਮ 10 ਲੱਖ ਰੁਪਈਆ ਆਇਆ, ਪਿਛਲੇ ਮਹੀਨੇ ਤੱਕ ਤਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਲੱਖ ਰੁਪਈਆ ਸੀਗਾ, ਪਰ ਹੁਣ ਇੱਕਦਮ ਇਹਨਾਂ ਦੇ ਅਕਾਊਂਟ 'ਚ 12 ਲੱਖ ਰੁਪਈਆ ਹੋ ਗਿਆ, ਇਹ ਕਿੱਥੋਂ ਆਇਆ ਪੈਸਾ? ਇਟ ਮੀਨਸ ਕਿ ਇਹਨਾਂ ਦੇ ਕੋਲ ਦੂਜੇ ਸਾਲ ਦੀ ਫੀਸ ਪੇ ਕਰਨ ਜੋਗੇ ਪੈਸੇ ਨਹੀਂ ਹੈਗੇ, ਇਸ ਕਰਕੇ ਚੰਗੀ ਫਾਈਲ ਵੀ ਰਿਫਿਊਜ਼ ਹੋ ਜਾਂਦੀ ਹੈ, ਠੀਕ ਹੈ। ਇਸ ਕਰਕੇ ਜੇ ਤੁਹਾਡਾ ਐਸਡੀਐਸ ਫਾਈਲ ਹੈ ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਤੁਹਾਨੂੰ। ਸੋ ਸਟੂਡੈਂਟਸ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ। ਰੀਅਪਲਾਈਡ ਸਟੂਡੈਂਟਸ ਨੂੰ ਮੈਂ ਜ਼ਰੂਰ ਖਾਸ ਕਰਕੇ ਜ਼ੋਰ ਦੇ ਕੇ ਕਹਿਣਾ ਹੁੰਦਾ, ਕਿਉਂਕਿ ਉਹਨਾਂ ਦਾ ਬੜਾ ਕੀਮਤੀ ਸਮਾਂ ਵੇਸਟ ਹੋ ਗਿਆ ਹੁੰਦਾ ਇੱਕ ਰਿਫਿਊਜ਼ਲ ਕਰਕੇ। ਸੋ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਕਿਸੇ ਸਟੂਡੈਂਟਸ ਦੀ ਦੁਬਾਰਾ ਰਿਫਿਊਜੀ ਸਭ ਸਰ। ਔਰ ਇਸ ਤੋਂ ਇਲਾਵਾ ਦੀਪਕ ਜੀ, ਜੇ ਆਪਾਂ ਗੱਲ ਕਰੀਏ ਐਸਓਪੀ ਦੀ, ਹੈ ਨਾ, ਐਸਓਪੀ ਇੱਕ ਤੁਹਾਡਾ ਇੱਕ ਵੇ ਹੁੰਦਾ ਹੈ ਵੀਜ਼ਾ ਅਫਸਰ ਨੂੰ ਆਪਣੀ ਪ੍ਰੋਫਾਈਲ ਦੇ ਬਾਰੇ ਦੱਸਣ ਦਾ, ਇਹ ਸਟੂਡੈਂਟ ਦੇ ਵੱਲੋਂ ਲੱਗਦੀ ਹੈ, ਠੀਕ ਹੈ। ਔਰ ਅਸੀਂ ਹਮੇਸ਼ਾ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਆਪਣੀ ਪਰਸਨਲ ਇਨਪੁਟ ਆਪਣੀ ਐਸਓਪੀ ਦੇ ਵਿੱਚ ਜ਼ਰੂਰ ਦਿਓ, ਠੀਕ ਹੈ। ਉਹਦੇ ਵਿੱਚ ਸਪੈਸ਼ਲੀ ਜਿਹੜੇ ਸਟੂਡੈਂਟਸ ਆਫਟਰ ਗ੍ਰੈਜੂਏਸ਼ਨ ਜਿਨ੍ਹਾਂ ਦਾ ਕੋਈ ਵਰਕ ਐਕਸਪੀਰੀਅੰਸ ਹੈ, ਤੁਹਾਡਾ ਐਕਸਪੀਰੀਅੰਸ ਜੌਬ ਦੇ ਉੱਤੇ ਕਿਹੋ ਜਿਹਾ ਰਿਹਾ, ਤੁਸੀਂ ਕਿਹੜੀ ਤੁਹਾਡੀਆਂ ਅਚੀਵਮੈਂਟ ਸੀਗੀਆਂ, ਉਹ ਏਜੰਟ ਨੂੰ ਕੋਈ ਸੁਪਨਾ ਤਾਂ ਨਹੀਂ ਨਾ ਆ ਸਕਦਾ, ਠੀਕ ਹੈ। ਨਾਰਮਲੀ ਕੀ ਹੁੰਦਾ ਕਿ ਸਟੂਡੈਂਟ ਕੀ ਕਹਿੰਦਾ ਕਿ ਆਹ ਲਓ ਫਾਈਲ ਸਾਡੀ, ਤੁਸੀਂ ਇਹਨੂੰ ਲੌਂਚ ਕਰ ਦਿਓ, ਨਾ, ਉਹਦੇ ਵਿੱਚ ਉਹ ਆਪਣੀ ਪਰਸਨਲ ਇਨਪੁਟ ਨਹੀਂ ਲਾਉਣਾ ਚਾਹੁੰਦਾ। ਪਰ ਅਸੀਂ ਹਮੇਸ਼ਾ ਹੀ ਬੱਚੇ ਨੂੰ ਇਨਕਰੇਜ ਕਰਦੇ ਹਾਂ ਕਿ ਆਪਣੀ ਐਸਓਪੀ ਦੇ ਵਿੱਚ ਆਪਣੀ ਪਰਸਨਲ ਇਨਪੁਟ ਵੀ ਦਿਓ। ਜਿਹੜੀ ਪ੍ਰੋਫੈਸ਼ਨਲ ਚੀਜ਼ਾਂ ਦੇ ਵਿੱਚ ਜਿਹੜੀ ਚੀਜ਼ਾਂ ਹੋਣੀ ਚਾਹੀਦੀਆਂ ਉਹ ਅਸੀਂ ਤੁਹਾਨੂੰ ਗਾਈਡ ਕਰਦੇ ਹਾਂ, ਕੁਛ ਅਸੀਂ ਵੀ ਨਾਲ ਹੈਲਪ ਕਰਦੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਬੱਚੇ ਨੂੰ ਇਨਵੋਲਵ ਜ਼ਰੂਰ ਕਰਦੇ ਹਾਂ ਤਾਂ ਕਿ ਜਿਹੜੀਆਂ ਉਹਦੀਆਂ ਪਰਸਨਲ ਅਚੀਵਮੈਂਟਸ ਨੇ, ਠੀਕ ਹੈ, ਕਾਲਜ ਦੇ ਦੌਰਾਨ ਕੋਈ ਆਪਣੀ ਕਲਚਰ ਐਕਟੀਵਿਟੀਜ਼ ਦੇ ਵਿੱਚ ਕੁਛ ਉਹਨੇ ਮੰਨ ਲਓ ਆਪਣੀ ਇਨਪੁਟ ਪਾਈ ਹੈ, ਜਾਂ ਹੋਰ ਵੀ ਕੁਛ ਨਾ ਕੁਛ ਅਚੀਵਮੈਂਟਸ ਨੇ, ਕੋਈ ਆਪਣੀ ਸੁਸਾਇਟੀ ਦੇ ਚੰਗੇ ਲਈ ਉਹਨਾਂ ਨੇ ਕੋਈ ਕੰਮ ਕੀਤੇ ਨੇ, ਹੈ ਨਾ, ਉਹ ਸਾਰੀ ਚੀਜ਼ਾਂ ਵਿੱਚ ਪੈਣੀਆਂ ਚਾਹੀਦੀਆਂ ਨੇ,
ਠੀਕ ਹੈ। ਨਾਰਮਲੀ ਕੀ ਹੁੰਦਾ ਹੈ ਕਿ ਜੇ ਮਤਲਬ ਕਈ ਕੰਸਲਟੈਂਟਸ ਦੇ ਕੋਲ ਨੰਬਰ ਆਫ ਫਾਈਲਸ ਇੰਨੀ ਜ਼ਿਆਦਾ ਹੁੰਦੀਆਂ ਨੇ ਕਿ ਉਹ ਇਸ ਚੀਜ਼ ਦੇ ਬਾਰੇ ਗੱਲ ਹੀ ਨਹੀਂ ਕਰਦੇ ਬੱਚੇ ਦੇ ਨਾਲ। ਇਹ ਨਹੀਂਗਾ ਕਿ ਸਟੂਡੈਂਟਸ ਆਪਣੀ ਪਰਸਨਲ ਇਨਪੁਟ ਪਾਉਣਾ ਨਹੀਂ ਚਾਹੁੰਦੇ, ਪਰ ਉਹਨਾਂ ਨੂੰ ਇੰਪੋਰਟੈਂਸ ਨਹੀਂ ਦੱਸੀ ਜਾਂਦੀ ਇਹਨਾਂ ਚੀਜ਼ਾਂ ਦੀ ਕਿ ਕਿੰਨੀਆਂ ਜ਼ਰੂਰੀ ਨੇ, ਠੀਕ ਹੈ। ਕਿਉਂਕਿ ਤੁਹਾਡੇ ਵਾਸਤੇ ਹੋ ਸਕਦਾ ਹੈ ਕਿ ਤੁਹਾਡੀ ਫਾਈਲ ਤੁਹਾਡੇ ਕੰਸਲਟੈਂਟ ਵਾਸਤੇ ਸਿਰਫ ਇੱਕ ਨੰਬਰ ਹੋਵੇ ਕਿ ਇੰਨੀਆਂ ਜੀ ਅਸੀਂ ਇਸ ਸਮੈਸਟਰ ਦੇ ਵਿੱਚ ਅਸੀਂ 400 ਫਾਈਲ ਲਾਉਣੀ ਹੈ ਜਾਂ 200 ਫਾਈਲ ਲਾਉਣੀ ਹੈ, 300 ਫਾਈਲ ਲਾਉਣੀ ਹੈ। ਜੇ ਵੀਜ਼ਾ ਆ ਗਿਆ ਠੀਕ ਹੈ, ਨਹੀਂ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਸਕਾਈਟੈਕ ਇਮੀਗ੍ਰੇਸ਼ਨ ਦੇ ਵਿੱਚ ਅਸੀਂ ਸਾਡੀ 1 to 1 ਸਾਡੀ ਪਰਸਨਲ ਅਟੈਂਸ਼ਨ ਹੁੰਦੀ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਬੱਚਾ ਜਿਨ੍ਹਾਂ ਦੇ ਪੇਰੈਂਟਸ ਨੇ ਹਾਰਡ ਅਰਨ ਮਨੀ ਜਿਹੜੇ ਇਨਵੈਸਟ ਕਰ ਰਹੇ ਨੇ ਆਪਣੇ ਬੱਚੇ ਦੇ ਉੱਤੇ, ਉਹਨਾਂ ਦਾ ਜਿਹੜਾ ਕੈਨੇਡਾ ਜਾਣ ਦਾ ਸੁਪਨਾ ਉਹਨੂੰ ਪੂਰਾ ਕੀਤਾ ਜਾਵੇ। ਉਹਦੇ ਵਿੱਚ ਹਰ ਮੁਮਕਿਨ ਜਿਹੜੀ ਕੋਸ਼ਿਸ਼ ਅਸੀਂ ਕਰਦੇ ਹਾਂ, ਠੀਕ ਹੈ। ਬੱਚੇ ਦੀ ਵੀ ਇਨਵੋਲਵਮੈਂਟ ਵਿੱਚ ਰੱਖਦੇ ਹਾਂ ਔਰ ਪੇਰੈਂਟਸ ਨੂੰ ਵੀ ਨਾਲ ਇਨਵੋਲਵ ਕਰਦੇ ਹਾਂ ਕਿ ਤੁਹਾਡੀ ਫਾਈਲ ਦੇ ਵਿੱਚ ਕੀ ਹੋ ਰਿਹਾ ਹੈ, ਤੁਹਾਡਾ ਬੱਚੇ ਨੂੰ ਕਿਹੜਾ ਅਸੀਂ ਕੋਰਸ ਲੈ ਕੇ ਦਿੱਤਾ ਹੈ, ਉਹਦਾ ਕੱਲ ਨੂੰ ਕੀ ਐਡਵਾਂਟੇਜ ਹੋ ਸਕਦਾ, ਹਰ ਇੱਕ ਚੀਜ਼ ਡਿਸਕਸ ਕੀਤੀ ਜਾਂਦੀ ਹੈ ਤਾਂ ਕਿ ਹਰ ਇੱਕ ਚੀਜ਼ ਕ੍ਰਿਸਟਲ ਕਲੀਅਰ ਹੋਵੇ ਔਰ ਸਹੀ ਤਰੀਕੇ ਨਾਲ ਲੀਗਲ ਤਰੀਕੇ ਨਾਲ ਤੁਹਾਡਾ ਜਿਹੜਾ ਬੱਚਾ ਉਹ ਕੈਨੇਡਾ ਪਹੁੰਚ ਸਕੇ। ਤੋ ਸਟੂਡੈਂਟਸ ਅੱਜ ਬਹੁਤ ਸਾਰੀਆਂ ਇੰਪੋਰਟੈਂਟ ਗੱਲਾਂ ਡਿਸਕਸ ਕੀਤੀਆਂ। ਜੇ ਤੁਸੀਂ ਰੀਫਾਈਲਿੰਗ ਕਰਨੀ ਹੈ ਤਾਂ ਮੈਂ ਰਿਕੁਐਸਟ ਕਰੂੰਗਾ ਇਹ ਸਾਰੀਆਂ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖ ਕੇ ਤੁਸੀਂ ਰੀਫਾਈਲਿੰਗ ਕਰਨੀ ਹੈ। ਇਸ ਚੈਨਲ ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸਟੱਡੀ ਵੀਜ਼ਾ ਨਾਲ ਜੁੜੇ ਤਮਾਮ ਇਹ ਤਰੀਕੇ ਦੇ ਮੁੱਦੇ ਡਿਸਕਸ ਕਰੀਏ। ਇੰਡਸਟਰੀ ਦੇ ਜਿਹੜੇ ਪ੍ਰੋਮੀਨੈਂਟ ਐਕਸਪਰਟਸ ਨੇ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਸਾਰੀਆਂ ਚੀਜ਼ਾਂ ਦੇ ਕਲੈਰਿਟੀ ਲਿਆਉਣ ਦੀ ਕੋਸ਼ਿਸ਼ ਰਹਿੰਦੀ ਹੈ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਸਿਰਫ ਕੈਨੇਡਾ ਜਾਣ ਤੱਕ ਦੇ ਸਫ਼ਰ ਤੇ ਨਹੀਂ, ਕੈਨੇਡਾ ਪਹੁੰਚ ਕੇ ਵੀ ਬਹੁਤ ਸਾਰੀ ਇਨਫੋਰਮੇਸ਼ਨ ਇਹੋ ਜਿਹੀ ਹੈ ਜਿਹੜੀ ਤੁਹਾਨੂੰ ਮਿਲੇ ਕਿ ਉੱਥੇ ਜਾ ਕੇ ਵੀ ਤੁਹਾਡਾ ਜਿਹੜਾ ਸਫ਼ਰ ਹੈ ਉਹ ਈਜ਼ੀ ਰਹੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਦੀਪਕ ਜੀ, ਸਤਿ ਸ਼੍ਰੀ ਅਕਾਲ।